देखो कई गल्लां हुंदियां DGP बंदा उस अफसर नूं लाउंदे है जिहड़ा अफसर उन्हां दे अनुकूल होवे, उन्हां दे मुताबिक चल सके। जे असीं सुमैत सिंह सैनी की गल करिए तो सुमैत सिंह सैनी 1984 बैच का IPS अफसर है। कई जिले SSP रहा तो 1990 ਦੇ ਵਿੱਚ ਉਹਦੀ पोस्टिंग बठिंडे हो जाती है। ये अर्ली 1990 ਦੇ ਵਿੱਚ ਹੁੰਦੀ है, जनवरी फरवरी ਚ ਹੁੰਦੀ है शायद। उस युग ਦੇ ਵਿੱਚ ਜਦੋਂ फरवरी ਦੇ ਵਿੱਚ ਇੱਥੇ ਉਹਦੀ पोस्टिंग ਹੁੰਦੀ है ਤਾਂ सरदार प्रकाश सिंह बादल ਦਾ ਸਕਾ ਭਰਾ, ਚਾਚੇ ਦਾ ਪੁੱਤ ਭਰਾ ਆਪਾਂ ਕਹਿ ਸਕਦੇ ਹਾਂ, ਸਕਾ ਦਾ ਦਾਸ ਬਾਦਲ ਹੈ, ਉਹ ਇੱਥੇ ਥਰਮਲ ਪਲਾਂਟ ਦੇ ਵਿੱਚ SC ਹੁੰਦਾ ਸੀ। ਨਾਂ ਸੀ ਉਹਦਾ ਬਲਰਾਜ ਸਿੰਘ ਢਿੱਲੋਂ, ਹੁਣ ਵੀ ਉਹ ਬੰਦਾ ਜਿਉਂਦਾ। ਉਹਦਾ ਮੁੰਡਾ ਪਿੰਡ ਦਾ ਸਰਪੰਚ ਵੀ ਰਿਹਾ, ਬਾਦਲ ਪਿੰਡ ਦਾ। ਬਲਰਾਜ ਸਿੰਘ ਢਿੱਲੋਂ SC ਹੁੰਦਾ ਸੀ ਤੇ ਨਾਲ ਹੀ ਦਰਬਾਰਾ ਸਿੰਘ ਗੁਰੂ ਹੁੰਦਾ ਸੀ ਬਠਿੰਡੇ ਦੇ ਵਿੱਚ ਡਿਪਟੀ ਕਮਿਸ਼ਨਰ। ਉਹਨਾਂ ਦਿਨਾਂ ਦੇ ਵਿੱਚ ਹੋਇਆ ਕੀ ਕਿ DC ਨੇ ਆਪਣੇ ਘਰ ਇੱਕ ਮੀਟਿੰਗ ਰੱਖੀ, ਖਾਣ ਪੀਣ ਵਾਲੀ ਮੀਟਿੰਗ ਸ਼ਾਮ ਵਾਲੀ। ਉਸ ਮੀਟਿੰਗ ਦੇ ਵਿੱਚ ਸਾਰੇ ਹੀ ਜ਼ਿਲ੍ਹਾ ਪੱਧਰ ਦੇ ਆਫੀਸਰ ਆਏ ਸੀ, ਬਲਰਾਜ ਸਿੰਘ ਢਿੱਲੋਂ ਵੀ ਆਏ ਸੀ। ਉੱਥੇ ਕਿਸੇ ਕੋਲੋਂ ਥੋੜ੍ਹੀ ਜਿਹੀ ਤਲਖ ਕਲਾਮੀ ਹੋ ਗਈ ਤੇ ਉਹ ਤਲਖ ਕਲਾਮੀ ਇੰਨੀ ਵੱਧ ਗਈ ਕਿ ਸੈਣੀ ਨੇ ਆਪਣਾ ਉਹਨੂੰ ਰੰਗ ਦਿਖਾਇਆ ਕਿ ਪੁਲਿਸ ਅਫਸਰ ਕੀ ਹੁੰਦਾ ਹੈ। ਤੇ ਉਸ ਬੰਦੇ ਨੂੰ ਸਵੇਰ ਦੇ 3 ਵਜੇ ਤੱਕ ਡਿਪਟੀ ਕਮਿਸ਼ਨਰ ਦੀ ਰਿਹਾਇਸ਼ ਦੇ ਵਿੱਚ ਪਨਾਹ ਲੈ ਕੇ ਬੈਠਣਾ ਪਿਆ ਸੀ। ਸਵੇਰੇ 3 ਵਜੇ ਜਦੋਂ ਸੁਮੈਤ ਸਿੰਘ ਸੈਣੀ ਸੌਂ ਗਿਆ, ਘਰੋਂ ਸਿਗਨਲ ਮਿਲ ਗਿਆ ਕਿ ਉਹ ਸੌਂ ਗਿਆ, ਉਸ ਵੇਲੇ ਫਿਰ ਬਲਰਾਜ ਸਿੰਘ ਢਿੱਲੋਂ ਸਿੱਧਾ ਥਰਮਲ ਪਲਾਂਟ ਜਾਂਦਾ ਹੈ। ਥਰਮਲ ਪਲਾਂਟ ਦੇ ਵਿੱਚੋਂ ਵਾਈਫ ਉਹਦੀ ਨਾਲ ਹੁੰਦੀ ਹੈ, ਆਪਣੇ ਇੱਕ ਅੱਧੇ ਕੁਲੀਗ ਨੂੰ ਨਾਲ ਲੈ ਕੇ ਵਾਇਆ ਬਾਜਾ ਖਾਨਾ ਬਰਨਾਲਾ ਹੋ ਕੇ ਤੇ ਉਹ ਪਟਿਆਲੇ ਪਹੁੰਚਦਾ। ਪਟਿਆਲੇ ਜਾ ਕੇ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਹੈ ਬਿਜਲੀ ਬੋਰਡ ਦੀ, ਉਹਦੇ ਨਾਲ ਗੱਲ ਕਰਦਾ। ਇੰਜੀਨੀਅਰ ਐਸੋਸੀਏਸ਼ਨ ਨੇ ਇਸ ਮਾਮਲੇ ਨੂੰ ਆਪਣੇ ਹੱਥ 'ਚ ਲਿਆ। ਹੱਥ 'ਚ ਲੈ ਕੇ ਚੀਫ ਸੈਕਟਰੀ ਨਾਲ ਮੁਲਾਕਾਤ ਹੁੰਦੀ ਹੈ, ਕੰਪਲੇਂਟ ਚੀਫ ਸੈਕਟਰੀ ਕੋਲੇ ਹੁੰਦੀ ਹੈ। ਔਰ ਪੰਜਾਬੀ ਟ੍ਰਿਬਿਊਨ ਤੇ ਟ੍ਰਿਬਿਊਨ ਗਰੁੱਪ ਦੇ ਵਿੱਚ ਖਬਰ ਲੱਗਦੀ ਹੈ ਇੱਕ, ਜਦੋਂ SSP ਨੇ DC ਦੀ ਕੋਠੀ ਨੂੰ ਸ਼ੌਮੀ 'ਚ ਤਬਦੀਲ ਕੀਤਾ। ਉਸ ਤੋਂ ਬਾਅਦ ਇਉਂ ਲੱਗਦਾ ਸੀ ਕਿ ਬਾਦਲ ਪਰਿਵਾਰ ਦੇ ਨਾਲ ਬਹੁਤ ਵੱਡੀ ਦੁਸ਼ਮਣੀ ਪੈ ਗਈ ਹੈ। ਲੇਕਿਨ ਅਪ੍ਰੈਲ ਦੇ ਮਹੀਨੇ ਦੇ ਵਿੱਚ ਤੁਹਾਨੂੰ ਪਤਾ ਹੈ ਆਪਣੀ ਵਿਸਾਖੀ ਦਾ ਪਰਬ ਹੁੰਦਾ ਹੈ, ਔਰ ਇਹ ਪਰਬ ਬੜੀ ਅਹਿਮੀਅਤ ਰੱਖਦਾ ਹੈ ਸਿੱਖ ਇਤਿਹਾਸ ਦੇ ਵਿੱਚ। ਬਹੁਤ ਅਹਿਮ ਤਿਉਹਾਰ ਹੁੰਦਾ, ਔਰ ਇਹ ਤਿਉਹਾਰ ਸਾਰੇ ਪੰਜਾਬ ਦੇ ਵਿੱਚੋਂ ਤਖਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ ਮਨਾਇਆ ਜਾਂਦਾ ਹੈ। ਉਹ ਯੁੱਗ ਜੇ ਆਪਾਂ ਦੇਖੀ 1999 ਦੇ ਵਿੱਚ ਲੋਕ ਸਭਾ ਦੀ ਚੋਣ ਹੋਈ ਸੀ। ਲੋਕ ਸਭਾ ਦੀ ਚੋਣ ਦੇ ਵਿੱਚ ਭਾਵੇਂ ਅਕਾਲੀ ਦਲ ਬਾਦਲ ਸਾਹਿਬ ਜੀ ਦੀ ਅਗਵਾਈ ਕਰਦੇ, ਅਕਾਲੀ ਦਲ ਉਹ ਵੀ ਖੜਾ ਹੋਇਆ ਸੀ। ਤੇ ਉਸ ਸਮੇਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਸੀਗੇ, ਜਿਹੜੇ ਅੱਡ-ਅੱਡ ਦਲਾਂ ਦੇ ਸੀ, ਕੋਈ ਕਿਵੇਂ ਸੀ ਕੋਈ ਕਿਵੇਂ ਸੀ, ਉਹਨਾਂ ਨੇ ਵੀ ਆਪਣੇ ਬੰਦੇ ਖੜੇ ਕੀਤੇ ਸੀ। ਸਰਦਾਰ ਸਿਮਰਜੀਤ ਸਿੰਘ ਮਾਨ ਜਿਹੜੇ ਅੰਮ੍ਰਿਤਸਰ ਅਕਾਲੀ ਦਲ ਦੇ ਪ੍ਰਧਾਨ ਹੈ, ਇਹ ਉਹਨਾਂ ਦਿਨਾਂ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਸੀ ਤੇ ਇਹਨਾਂ ਨੇ ਜੇਲ੍ਹ ਦੇ ਵਿੱਚ ਬੈਠਿਆਂ ਕਾਗਜ਼ ਭਰਤੇ ਸੀ ਆਪਣੇ ਨਾਮਜ਼ਦਗੀ ਤਰਨਤਾਰਨ ਹਲਕੇ ਤੋਂ। ਇਹਨਾਂ ਦੇ ਸੱਜਣ ਜਿਹੜੇ ਹੋਰ ਸੀਗੇ, ਇਹਨਾਂ ਦੇ ਨਾਲ ਹਮਖਿਆਲ ਲੋਕ ਸੀ, ਉਹਨਾਂ ਨੇ ਵੀ ਕਾਗਜ਼ ਭਰਤੇ ਸੀ। ਕਿਸੇ ਨੂੰ ਜਿੰਦਾ ਖੁੰਜੀ ਚੋਣ ਨਿਸ਼ਾਨ ਮਿਲ ਗਿਆ, ਕਿਸੇ ਨੂੰ ਗੱਡਾ ਮਿਲ ਗਿਆ, ਕਿਸੇ ਨੂੰ ਉੜਦਾ ਬਾਜ਼ ਮਿਲ ਗਿਆ, ਕਿਸੇ ਨੂੰ ਪੌੜੀ ਮਿਲ ਗਈ। ਇਸ ਤਰ੍ਹਾਂ ਇਹਨਾਂ ਨੇ ਇੱਕ ਇਲੈਕਸ਼ਨ ਲੜਿਆ, ਲੇਕਿਨ ਉਹ ਇਲੈਕਸ਼ਨ ਇਹੋ ਜਿਹਾ ਬਣ ਗਿਆ ਕਿ ਉਹ ਸਾਰੀ ਦੀ ਸਾਰੀ ਉਹਦੇ ਵਿੱਚੋਂ ਜਿਹੜੀ ਇਹਨਾਂ ਦੀ ਟੀਮ ਸੀ, ਇਹਨਾਂ ਦੀ ਟੀਮ ਜਿੱਤ ਗਈ ਤੇ ਅਕਾਲੀ ਦਲ ਬਾਦਲ ਦੀਆਂ ਸਾਰੇ ਥਾਵਾਂ ਤੋਂ ਜ਼ਮਾਨਤਾਂ ਜ਼ਬਤ ਹੋ ਗਈਆਂ। ਹਾਲਾਤ ਇਹ ਬਣ ਗਏ ਸੀ ਕਿ ਸ਼ਾਇਦ ਬਾਦਲ ਅਕਾਲੀ ਦਲ ਜਾਂ ਬਾਦਲ ਪਰਿਵਾਰ ਦਾ ਖਾਤਮਾ ਹੋ ਗਿਆ ਤੇ ਹੁਣ ਇਹ ਪੋਲੀਟਿਕਸ ਦੇ ਵਿੱਚ ਆ ਨਹੀਂ ਸਕਦੇ। ਫਿਰ ਕੀ ਹੋਇਆ? ਚੰਦਰ ਸ਼ੇਖਰ ਇਸ ਦੇਸ਼ ਦੇ ਪ੍ਰਾਈਮ ਮਿਨਿਸਟਰ ਹੁੰਦੇ ਸੀ, ਲੇਕਿਨ ਚੰਦਰ ਸ਼ੇਖਰ ਦੇ ਕੋਲੇ ਆਪਦੇ ਕੋਲੇ ਤਾਂ ਉਹਦੇ ਕੋਲ ਬਹੁਮਤ ਹੈ ਨਹੀਂ ਸੀ। ਉਹ ਕਾਂਗਰਸ ਪਾਰਟੀ ਤੇ ਕੁਝ ਹੋਰ ਤਰ੍ਹਾਂ ਦੀਆਂ ਵਿਸਾਖੀਆਂ ਤੇ ਖੜੇ ਸੀ। ਚੰਦਰ ਸ਼ੇਖਰ ਦੀ ਇੱਕ ਮਨਸ਼ਾ ਸੀ ਕਿ ਮੈਂ 2 ਮਾਮਲੇ ਜਿਹੜੇ ਬੜੇ ਬਰਨਿੰਗ ਇਸ਼ੂ ਆ ਭਾਰਤ ਦੇ, ਇਹਨਾਂ ਦਾ ਨਿਪਟਾਰਾ ਕਰਾਂ। ਇੱਕ ਪੰਜਾਬ ਪ੍ਰੋਬਲਮ ਤੇ ਦੂਜੀ ਬਾਬਰੀ ਮਸਜਿਦ ਵਾਲੀ। ਪੰਜਾਬ ਪ੍ਰੋਬਲਮ ਦੇ ਵਿੱਚ ਉਹਨੇ ਸਿਮਰਜੀਤ ਸਿੰਘ ਮਾਨ ਤੇ ਕੁਝ ਜਿਹੜੇ ਰੈਡੀਕਲ ਅਕਾਲੀ ਆਗੂ ਸੀ, ਇਹਨਾਂ ਨਾਲ ਸੰਪਰਕ ਕੀਤਾ। ਇਹਨਾਂ ਨਾਲ ਸੰਪਰਕ ਕਰਨ ਦੇ ਨਤੀਜੇ ਵਜੋਂ ਆਪਣਾ ਅਸਰ ਸੂਖ ਵਰਤ ਕੇ ਅਮਰੀਕਨ ਗਵਰਨਮੈਂਟ ਨੂੰ ਕੌਨਫੀਡੈਂਸ ਦੇ ਵਿੱਚ ਲੈ ਕੇ ਪਾਕਿਸਤਾਨ ਦੇ ਵਿੱਚ ਜਿਹੜੇ ਖਾੜਕੂ ਬੈਠੇ ਸੀ, ਉਹਨਾਂ ਖਾੜਕੂਆਂ ਨਾਲ ਵੀ ਤਾਲਮੇਲ ਕੀਤਾ ਔਰ ਲਗਭਗ ਪੰਜਾਬ ਸਮੱਸਿਆ ਜਿਹੜੀ ਨੇੜੇ ਲੱਗਣ ਦੇ ਕਰੀਬ ਪਹੁੰਚ ਗਈ ਸੀ। ਲੇਕਿਨ ਉਸੇ ਵੇਲੇ ਜਿਹੜੀ ਇੰਡੀਅਨ ਸਟੇਟ ਹੈ, ਜੇ ਅਸੀਂ ਸਟੇਟ ਦੀ ਗੱਲ ਕਰੀਏ, ਭਾਵੇਂ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪਾਈ ਸੀ, ਡਾਕਟਰ ਮਨਮੋਹਨ ਸਿੰਘ ਸੀ ਜਾਂ ਅੱਜ ਨਰਿੰਦਰ ਮੋਦੀ ਹੈ, ਇਹ ਸਰਕਾਰ ਨਹੀਂ ਹੁੰਦੀ। ਇਹ ਆਪਾਂ ਨੂੰ ਵੇਖਣ ਨੂੰ ਸਰਕਾਰ ਲੱਗਦੀ ਹੈ, ਸਰਕਾਰਾਂ ਦੇ ਹੈੱਡ ਹੁੰਦੇ ਆ। ਅਸਲ ਦੇ ਵਿੱਚ ਸਰਕਾਰ ਜਿਹੜੀ ਹੁੰਦੀ ਹੈ ਇਹਨੂੰ ਸਟੇਟ ਚਲਾਉਂਦੀ ਹੈ।
ਸਟੇਟ ਦੇ ਵਿੱਚ ਮਸ਼ੀਨਰੀ ਆ ਜਾਂਦੀ ਹੈ, ਸਾਰਾ ਕੁਛ ਰਲ ਮਿਲ ਕੇ ਆਉਂਦੇ ਆ, ਪਾਰਲੀਮੈਂਟ, ਅਸੈਂਬਲੀਆਂ, ਪੁਲਿਸ, ਜੇਲਾਂ, ਥਾਣੇ, ਆਰਮੀ, ਇਹ ਸਾਰਾ ਕੁਛ ਮਿਲ ਕੇ ਇੱਕ ਸਟੇਟ ਬਣਦੀ ਹੈ। ਲੇਕਿਨ ਇੰਡੀਅਨ ਸਟੇਟ ਨੇ ਫੈਸਲਾ ਕੀਤਾ ਹੋਇਆ ਸੀ ਕਿ ਆਪਾਂ ਕਿਸੇ ਵੀ ਕੀਮਤ ਦੇ ਉੱਤੇ ਜਿਹੜੀਆਂ ਉਹਨਾਂ ਫੋਰਸਸ ਨੂੰ ਪੰਜਾਬ 'ਚ ਪਾਵਰ 'ਚ ਨਹੀਂ ਆਉਣ ਦੇਣਾ ਜਿਹੜੀਆਂ ਰੈਡੀਕਲ ਹੈ, ਖਾਸ ਕਰਕੇ ਸਿਮਰਜੀਤ ਸਿੰਘ ਮਾਨ ਨੂੰ। ਫਿਰ ਇਹ ਡਿਸੀਜਨ ਹੋਇਆ ਕਿ ਕਿਤੇ ਮਾਨ ਨੂੰ ਕਿਵੇਂ ਠਿੱਬੀ ਲਾਈ ਜਾਵੇ। ਵੱਡੀ ਗੱਲ ਇਹ ਪੈਦਾ ਹੋ ਗਈ ਸੀ ਉਸ ਵੇਲੇ ਕਿ ਜੇ ਦਮਦਮਾ ਸਾਹਿਬ ਦਾ ਜਿਹੜਾ ਤਖਤ ਦਮਦਮਾ ਸਾਹਿਬ ਦੇ ਉੱਤੇ ਇਕੱਤਰਤਾ ਹੁੰਦੀ ਹੈ, ਉਸ ਇਕੱਤਰਤਾ ਦੀ ਅਗਵਾਈ ਸਿਮਰਜੀਤ ਸਿੰਘ ਮਾਨ ਨੇ ਕਰ ਲਈ, ਜਿਹਦੇ ਕੋਲ ਪਾਰਲੀਮੈਂਟ ਦੀ ਬਹੁਤ ਵੱਡੀ ਪੰਜਾਬ ਦੇ ਵਿੱਚੋਂ ਬਹੁ ਗਿਣਤੀ ਸੀ, ਤਾਂ ਇਸ ਬੰਦੇ ਦੀ ਲੀਡਰਸ਼ਿਪ ਨੂੰ ਕੋਈ ਚੁਣੌਤੀ ਨਹੀਂ ਦੇ ਸਕਦਾ। ਲੇਕਿਨ ਇੰਡੀਅਨ ਸਟੇਟ ਚਾਹੁੰਦੀ ਸੀ ਕਿ ਪ੍ਰਕਾਸ਼ ਸਿੰਘ ਬਾਦਲ ਨੂੰ, ਜਿਹੜਾ ਨਰਮ ਅਕਾਲੀ ਦਲ ਮੰਨਿਆ ਜਾਂਦਾ ਹੈ, ਇਸ ਬੰਦੇ ਨੂੰ ਪੰਜਾਬ ਦੀ ਬਾਗਡੋਰ ਸੰਭਾਲੀ ਜਾਵੇ। ਇਸ ਲਈ ਸੁਮੇਧ ਸਿੰਘ ਸੈਣੀ ਨੂੰ ਇਸ਼ਾਰਾ ਮਿਲ ਗਿਆ ਉੱਪਰਲੇ ਹਾਈ ਅਫਸਰ ਦਾ ਕਿ ਕਿਸੇ ਵੀ ਤਰੀਕੇ ਨਾਲ ਜਿਹੜਾ ਸਿਮਰਜੀਤ ਸਿੰਘ ਮਾਨ ਇੱਥੇ ਨਾ ਆਏ। ਉਹ ਸਾਰਾ ਸਿਲਸਿਲਾ ਜਿਹੜਾ ਘਟਨਾਕ੍ਰਮ ਮੇਰੀਆਂ ਅੱਖਾਂ ਦੇ ਸਾਹਮਣੇ ਹੁੰਦਾ ਹੈ। ਉਸ ਵੇਲੇ ਸੁਮੇਧ ਸਿੰਘ ਸੈਣੀ ਨੇ ਸਰਦਾਰ ਬਲਵਿੰਦਰ ਸਿੰਘ ਭੂੰਦੜ ਨੂੰ ਬੁਲਾਇਆ, ਜਿਹੜੇ ਬੁਢਲਾਡਾ ਤੋਂ ਅਕਾਲੀ ਦਲ ਦੇ ਵੱਡੇ ਆਗੂ ਹੈ, ਹੁਣ ਤਾਂ ਪੰਜਾਬ ਪੱਧਰ ਦੇ ਆਗੂ ਹੈ। ਬਲਵਿੰਦਰ ਸਿੰਘ ਭੂੰਦੜ ਨੂੰ ਇਸ ਕਰਕੇ ਬੁਲਾਇਆ ਕਿਉਂਕਿ ਉਸ ਵੇਲੇ ਮਾਨਸਾ ਜ਼ਿਲ੍ਹਾ ਨਹੀਂ ਸੀ ਬਣਿਆ, ਮਾਨਸਾ ਵੀ ਬਠਿੰਡੇ ਦਾ ਹਿੱਸਾ ਹੁੰਦਾ ਸੀ। ਇੱਥੇ ਬੁਲਾ ਕੇ ਉਹਨੂੰ ਕਿਹਾ ਕਿ ਅਸੀਂ ਤੁਹਾਡੀ ਮਦਦ ਕਰਨ ਨੂੰ ਤਿਆਰ ਹਾਂ, ਤੁਸੀਂ ਇੱਥੇ ਕਾਨਫਰੰਸ ਕਰੋ। ਉਹ ਕਹਿੰਦਾ ਜੀ ਅਸੀਂ ਕਾਨਫਰੰਸ ਕਿਵੇਂ ਕਰ ਲਾਂਗੇ, ਸਾਡੇ ਨਾਲ ਬੰਦਾ ਨਹੀਂ, ਪਰਿੰਦਾ ਨਹੀਂ, ਅਸੀਂ ਕਿਵੇਂ ਕਰਾਂਗੇ। ਤੇ ਫਿਰ ਸੈਣੀ ਨੇ ਕਿਹਾ ਕਿ ਜੇ ਸਟੇਟ ਚਾਹੇ ਤਾਂ ਬੜਾ ਕੁਝ ਕਰਵਾ ਸਕਦੀ ਹੈ, ਤੁਸੀਂ ਤਿਆਰ ਹੋ, ਅਸੀਂ ਤੁਹਾਡੀ ਕਾਨਫਰੰਸ ਕਰਾਵਾਂਗੇ। ਕਹਿੰਦਾ ਜੀ ਮੈਂ ਸਲਾਹ ਮਸ਼ਵਰਾ ਕਰਦਾ। ਤਾਂ ਸਰਦਾਰ ਬਲਵਿੰਦਰ ਸਿੰਘ ਭੂੰਦੜ ਬਾਦਲ ਪਿੰਡ ਜਾਂਦਾ ਹੈ। ਬਾਦਲ ਪਿੰਡ ਜਾ ਕੇ ਉਹ ਬਾਦਲ ਸਾਹਿਬ ਨਾਲ ਗੱਲ ਕਰਦਾ ਹੈ ਕਿ ਬਾਦਲ ਸਾਹਿਬ ਆਪਾਂ ਐਂ ਕਰ ਲਈਏ। ਬਾਦਲ ਸਾਹਿਬ ਕਹਿੰਦਾ ਕਾਕਾ ਜੀ ਛੱਡੋ, ਖੂਨ ਖਰਾਬਾ ਹੋ ਜੂ ਤਖਤ ਸਾਹਿਬ ਦੇ ਉੱਤੇ, ਆਪਾਂ ਮੂੰਹ ਕਿਵੇਂ ਦਿਖਾਵਾਂਗੇ, ਰਹਿਣ ਦਿਓ। ਉਹ ਨਿਰਾਸ਼ਾ ਹੋ ਕੇ ਥੋੜਾ ਜਿਹਾ ਦਾਸ ਜੀ ਕੋਲੇ ਆ ਗਿਆ, ਗੁਰਦਾਸ ਸਿੰਘ ਬਾਦਲ, ਪ੍ਰਕਾਸ਼ ਸਿੰਘ ਬਾਦਲ ਦਾ ਛੋਟਾ ਭਰਾ। ਉਹਨੇ ਕਿਹਾ ਜੀ ਗੱਲ ਹੈ, ਮੈਨੂੰ ਸੁਮੇਧ ਸਿੰਘ ਸੈਣੀ ਨੇ SSP ਨੇ ਭੇਜਿਆ, ਔਰ ਦਾਸ ਬਾਦਲ ਅਸਲ ਦੇ ਵਿੱਚ ਜੇ ਆਪਾਂ ਕਹਿ ਦਈਏ ਆਪਰੇਸ਼ਨਲ ਵਿੰਗ ਦਾ ਇੰਚਾਰਜ ਸੀ ਪ੍ਰਕਾਸ਼ ਸਿੰਘ ਬਾਦਲ ਦਾ। ਉਹ ਇਸ ਗੱਲ ਨੂੰ ਸਮਝਦਾ ਸੀ। ਕਹਿੰਦਾ ਕੋਈ ਗੱਲ ਨਹੀਂ ਭਾਈ ਸਾਹਿਬ ਨੂੰ ਮੈਂ ਬਣਾਉਣਾ। ਤੇ ਫਿਰ ਉਹਨੇ ਜਾ ਕੇ ਕਿਹਾ ਭਾਈ ਸਾਹਿਬ ਆਪਾਂ ਨੂੰ ਸਰਕਾਰ ਬਣਾਉਂਦੀ ਹੈ, ਤੁਸੀਂ ਕਰਦੇ ਕਿਉਂ ਨਹੀਂ। ਕਹਿੰਦਾ ਜੀ ਤੁਸੀਂ ਦੇਖ ਲਓ। ਉਹ ਫਿਰ ਮੇਰੇ ਟਾਈਮ ਯਾਦ ਹੈ, ਉਸ ਵੇਲੇ ਜਿਹੜੇ ਗੁਰਸਿੱਖ ਪੁਲਿਸ ਵਾਲੇ ਸੀ ਉਹਨਾਂ ਦੇ ਬਾਣੇ ਪਵਾਏ ਗਏ, ਬਿਲਕੁਲ ਸਾਬਤ ਸਬੂਤ ਸਿੱਖਾਂ ਵਾਲੇ ਕਸ਼ਹਿਰੇ ਪਵਾਏ ਗਏ, ਗਾਤਰੇ ਪਵਾਏ ਗਏ, ਨੀਲੀਆਂ ਪੱਗਾਂ ਬਣਾਈਆਂ ਗਈਆਂ, ਦਾੜੇ ਪ੍ਰਕਾਸ਼ ਕਰਵਾਏ ਗਏ, ਖੋਲੇ ਗਏ। ਔਰ ਉਹਨਾਂ ਲੋਕਾਂ ਨੇ ਫਿਰ ਜਾ ਕੇ ਅਸਾਲਟਾਂ SLRਾਂ ਦੇ ਨਾਲ ਤਖਤ ਸਾਹਿਬ ਦੇ ਉੱਤੇ ਇੱਕ ਕਿਸਮ ਦਾ ਕਬਜ਼ਾ ਕੀਤਾ। ਜਿੱਥੇ ਦੀਵਾਨ ਹਾਲ ਹੈ, ਭਾਈ ਡਲ ਸਿੰਘ ਦੀਵਾਨ ਹਾਲ, ਉੱਥੇ ਕਬਜ਼ਾ ਕਰਕੇ ਅਕਾਲੀ ਦਲ ਬਾਦਲ ਦੀ ਕਾਨਫਰੰਸ ਕਰਾਈ ਤੇ ਸਰਦਾਰ ਸਿਮਰਜੀਤ ਸਿੰਘ ਮਾਨ ਨੂੰ ਉਹਦੇ ਨੇੜੇ ਨਹੀਂ ਸੀ ਆਉਣ ਦਿੱਤਾ। ਇਹ ਚੀਜ਼ ਜਦੋਂ ਹੋ ਗਈ, ਇਸ ਚੀਜ਼ ਤੋਂ ਬਾਅਦ ਫਿਰ ਇਹ ਇੱਕ ਅੰਦਰ ਖਾਤੇ ਉਹਨਾਂ ਦੀ ਨੇੜਤਾ ਬਣ ਗਈ। ਸੁਮੇਧ ਸਿੰਘ ਸੈਣੀ ਬਾਦਲਾਂ ਦੀਆਂ ਅੱਖਾਂ ਦਾ ਤਾਰਾ ਬਣ ਗਿਆ। ਲੇਕਿਨ ਇੱਕ ਹੋਰ ਪੀਰੀਅਡ ਆਉਂਦਾ ਹੈ। ਪ੍ਰਕਾਸ਼ ਸਿੰਘ ਬਾਦਲ 1997 ਦੇ ਵਿੱਚ ਮੁੱਖ ਮੰਤਰੀ ਬਣਦਾ ਹੈ। ਮੁੱਖ ਮੰਤਰੀ ਬਣਦਾ ਜਦੋਂ ਪ੍ਰਕਾਸ਼ ਸਿੰਘ ਬਾਦਲ ਤੇ 2002 ਤੱਕ ਚੱਲਦਾ। 2002 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਪੰਜਾਬ ਦਾ ਮੁੱਖ ਮੰਤਰੀ ਬਣਦਾ ਹੈ। ਕੈਪਟਨ ਅਮਰਿੰਦਰ ਸਿੰਘ ਆਪਰੇਸ਼ਨ ਬਲੂ ਸਟਾਰ ਤੋਂ ਬਾਅਦ ਕਾਂਗਰਸ ਨੂੰ ਛੱਡ ਚੁੱਕਾ ਸੀ। 1985 ਦੀ ਜਿਹੜੀ ਸੁਰਜੀਤ ਸਿੰਘ ਬਰਨਾਲਾ ਦੀ ਕੈਬਨਿਟ ਸੀ, ਉਹਦੇ ਵਿੱਚ ਉਹ ਖੇਤੀਬਾੜੀ ਮੰਤਰੀ ਹੁੰਦਾ ਸੀ। ਲੇਕਿਨ ਸੁਰਜੀਤ ਸਿੰਘ ਬਰਨਾਲਾ ਦੀ ਅਗਵਾਈ ਦੇ ਵਿੱਚ ਜਦੋਂ ਆਪਰੇਸ਼ਨ ਬਲੈਕ ਥੰਡਰ ਹੋ ਗਿਆ ਤਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਗਰੁੱਪ ਦੇ ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਵੀ ਕੈਬਨਿਟ ਤੋਂ ਅਸਤੀਫਾ ਦੇ ਦਿੱਤਾ ਸੀ। ਉਸ ਅਸਤੀਫਾ ਦੇਣ ਦਾ ਨਤੀਜਾ ਕੀ ਹੋਇਆ ਕਿ ਬਾਅਦ ਦੇ ਵਿੱਚ ਜਦੋਂ ਅਕਾਲੀ ਦਲ ਸਾਰਾ ਇਕੱਠਾ ਹੋ ਗਿਆ ਤੇ ਉਹ ਵੀ ਬਾਦਲ ਅਕਾਲੀ ਦਲ ਦੇ ਨਾਲ ਹੀ ਇਹਦੇ ਵਿੱਚ ਜਜ਼ਬ ਹੋ ਗਿਆ। 1997 ਦੀ ਚੋਣ ਵੇਲੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਫਰ ਕਰਤੀ ਕੈਪਟਨ ਅਮਰਿੰਦਰ ਸਿੰਘ ਨੂੰ ਕਿ ਤੁਸੀਂ ਬਠਿੰਡੇ ਤੋਂ ਚੋਣ ਲੜ ਲਓ ਕਾਕਾ ਜੀ। ਕਹਿੰਦਾ ਜੀ ਠੀਕ ਲੜ ਲੈਣੇ। ਉਹਨੇ ਪੂਰੀ ਤਿਆਰੀ ਕਰ ਲਈ ਬਠਿੰਡੇ ਤੋਂ ਚੋਣ ਲੜਨ ਵਾਸਤੇ। ਹਰਿੰਦਰ ਸਿੰਘ ਜੌੜਕੀਆਂ ਇੱਥੇ ਉਹਨਾਂ ਦਾ ਇੱਕ ਗਰੁੱਪ ਦਾ ਆਗੂ ਸੀ, ਉਹਦੇ ਘਰੇ ਚਲੇ ਗਏ, ਨੋਮੀਨੇਸ਼ਨ ਪੇਪਰ ਤਿਆਰ ਹੋ ਗਏ। ਉਸ ਵੇਲੇ ਖਬਰ ਆ ਗਈ ਕਿ ਕੈਪਟਨ ਅਮਰਿੰਦਰ ਸਿੰਘ ਦੀ ਟਿਕਟ ਕੱਟੀ ਗਈ ਹੈ ਔਰ ਉਹਦੀ ਥਾਂ ਦੇ ਉੱਤੇ ਚਰਨਜੀਤ ਲਾਲ ਗਰਗ ਆ ਗਿਆ। ਇੱਥੋਂ ਕੈਪਟਨ ਅਮਰਿੰਦਰ ਸਿੰਘ ਦਾ ਵਿਰੋਧ ਪੈ ਗਿਆ ਸੀ। ਫਿਰ ਕੈਪਟਨ ਅਮਰਿੰਦਰ ਸਿੰਘ ਦੁਬਾਰਾ ਕਾਂਗਰਸ 'ਚ ਆ ਜਾਂਦਾ ਹੈ, ਕਾਂਗਰਸ ਦਾ ਪ੍ਰੈਜ਼ੀਡੈਂਟ ਬਣਦਾ ਹੈ। 2002 ਦੀ ਚੋਣ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਦੇ ਵਿੱਚ ਲੜੀ ਜਾਂਦੀ ਹੈ ਔਰ ਉਹ ਮੁੱਖ ਮੰਤਰੀ ਬਣਦਾ ਹੈ। ਉਦੋਂ ਤੱਕ ਸੁਮੇਧ ਸਿੰਘ ਸੈਣੀ IG ਇੰਟੈਲੀਜੈਂਸ ਬਣ ਗਿਆ ਸੀ। ਫਿਰ ਸੁਮੇਧ ਸਿੰਘ ਸੈਣੀ ਜਦੋਂ IG ਇੰਟੈਲੀਜੈਂਸ ਬਣ ਗਿਆ ਸੀ ਤਾਂ ਕੈਪਟਨ ਅਮਰਿੰਦਰ ਸਿੰਘ ਨੂੰ ਪਤਾ ਸੀ ਕਿ ਇੱਥੇ ਇੱਕ ਬਹੁਤ ਵੱਡਾ ਸਕੈਂਡਲ ਹੋ ਗਿਆ। ਉਹ ਸਕੈਂਡਲ ਸੀ ਪੈਸੇ ਦੇ ਕੇ ਨੌਕਰੀਆਂ ਹਾਸਲ ਕਰਨੀਆਂ, ਗਜ਼ਟਡ ਪੋਸਟਾਂ, PCS, ਜੁਡੀਸ਼ੀਅਲ PCS, ਐਗਜ਼ੈਕਟਿਵ PPS ਵਗੈਰਾ ਸਾਰੇ ਦਾ ਸਾਰਾ ਡਾਕਟਰ ਉਹਦੇ ਚਾਹੁੰਦੇ ਸੀ। ਰਵੀ ਸਿੱਧੂ PPSC ਦਾ ਚੇਅਰਮੈਨ ਹੁੰਦਾ ਸੀ, ਪਬਲਿਕ ਸਰਵਿਸ ਕਮਿਸ਼ਨ ਦਾ। ਉਹ ਬੜੇ ਮੋਟੇ ਪੈਸੇ ਲੈਂਦਾ ਸੀ। ਹਰ ਚੀਜ਼ ਜਿਹੜੀ ਹੈਗੀ ਹੈ ਪੈਸੇ ਦਿਓ ਔਰ ਉਸੇ ਹਿਸਾਬ ਦੇ ਨਾਲ ਹੀ ਉਹ ਪਹਿਲਾਂ ਦੱਸ ਦਿੰਦੇ ਸੀ ਕਿ ਤੁਹਾਡਾ ਜਾਂ ਪੇਪਰ ਹੀ ਚੇਂਜ ਕਰ ਦਿੰਦੇ ਸੀ, ਪੇਪਰਾਂ ਬਣਾ ਕੇ ਬੰਦੇ ਮੈਰਿਟ ਤੇ ਆ ਜਾਂਦੇ ਸੀ।
उस वेले सुमैध सिंह सैनी ने ट्रैप किया, इंटैलीजेंस दे विच हुंदियां ट्रैप करके ते उस ट्रैपिंग के दौरान रवि सिद्धू नूं गिरफ्तार किया जाता है। तो उदों नोटां दे जिहड़े हैगे आ बंडल इउं डिगदे आ जिवें आपां तूड़ी वाली ट्राली लाउने हुंदे आ, इन्ने पैसे इधरों आ गए इधरों आ गए। और कैप्टन अमरिंदर सिंह दीआं अखां दा तारा बन गया सुमैध सिंह सैनी। अगाह के इन्हां दा विगाड़ पै गया। विगाड़ का कारण एक होर सीगा, क्योंकि जिहड़ा पैसा बरामद होया सी उस पैसे दे विच कुछ हेराफेरी हो गई सी, कुछ पुलिस अफसरां ने हेराफेरी कर ली सी। सुमैध सिंह सैनी उन्होंने परचा देना चाहता सी, परचा दे भी दिता सी मोहाली, लेकिन कैप्टन अमरिंदर सिंह उन्होंने पुलिस वालों के खिलाफ कोई कार्रवाई नहीं सी चाहता। वो मामला दब गया, चुप कर गया, वो बैठ गया। फिर एक धीर नां दा पत्रकार सी, वो पत्रकार सी इंडियन एक्सप्रैस का। एक इनकुआरी आ गई, उस इनकुआरी दे विच किते थोड़ा बहुता उहदा पता नहीं कोई सी इनवॉल्वमेंट सी जां नहीं सी, उन्होंने सुमैध सिंह सैनी गिरफ्तार कर लेंदे, क्योंकि जी इनकुआरी कमेटी बनी सी, इनकुआरी जी दी सी, इनकुआरी हाई कोर्ट ने सीधी दी सी सुमैध सिंह सैनी नूं। सुमैध सिंह सैनी ने उन्होंने गिरफ्तार कर लिया। DGP उन्होंने दिनों च SS विरक हुंदा सी। जो गिरफ्तार कर लिया, रौला पै गया पत्रकार भाईचारे, पत्रकार भाईचारा सारा इकट्ठा हो गया। और पंजाब के इतिहास के पहली बार है जो एडिटर भी धरने ते बैठे, नतीजा ये होया कि उन्होंने रिहा करना पै गया। आप SS विरक ने जाके उन्होंने रिहा करवाया और उस तो बाद फिर इन्हां दीयां तंदां जिहड़ियां सी होर पीड़ियां हो गई। बादलों के खिलाफ जो केस रजिस्टर होया सी उस सुमैध सिंह सैनी ने करवाया सी, लेकिन बाद में जी दुश्मनी पई, पहला दुश्मनी फिर दोस्ती, फिर दुश्मनी फिर दोस्ती, और उस दोस्ती के विच फिर फैसला हो गया कि तुसीं साडी मदद करनी, असीं तुहाडी मदद करांगे। 2007 दे विच फिर बादल सरकार बन गई तो बादल सरकार सुमैध सिंह सैनी नूं डायरैक्टर लाउंदी है विजिलेंस ब्यूरो का। वो डायरैक्टर ला के सुमैध सिंह सैनी बादलों के खिलाफ जो केस रजिस्टर हुए है उन्होंने केसां नूं इन्ना कमजोर करवा देंगे है, क्योंकि वो चीफ डायरैक्टर से विजिलेंस ब्यूरो के। जिन्ना IOs ने, जिन्ना पुलिस वाले ने परचे दर्ज किए सी, खड़े खड़ोते सारे गवाहियां मुकर गए, सारे के सारे गवाह मुकर गए तो बादलों तो बरी हो गए। बादलों के बरी होने तो बाद 2012 की चोण आती है। 2012 की चोण वेले फिर सुमैध सिंह सैनी ने इन्हां दी मदद की, और वो मदद क्योंकि वो इलैक्शन है जी पैसे नाल जिती गई सी। भावें बादलों के खिलाफ वातावरण बनया होया सी, लेकिन बादल जिहड़े हैगे पावर क्यों आए, उसका कारण वड्डा तां इह सी कि कांग्रेस पार्टी दे विच बगावत हो गई सी। बहुत सारे लोग इंडिपेंडेंट खड़े हो गए सी। इंडिपेंडेंट लोग खड़े रहन, वो बैठण ना, ये यकीनी बनाने वास्ते उन्हां तक पैसे पहुँचाने का इंतजाम हो गया, क्योंकि सुमैध सिंह सैनी पहले इंटैलीजेंस के विच रहा सी, कमजोरियां जानता सी कैंडीडेट्स दीआं, किहदियां की कमजोरियां, उन्होंने कवरअप किया। कवरअप करके फिर 108 एंबूलेंसां दे राही पैसे भेजे गए, और उन्होंने पैसों के आधार के उत्ते 20-25 बंदे उन्होंने खड़े थे, 20-25 सीटां का इन्होंने लॉस हो गया, सरकार बन गई। रिपीट करके हुण देखण वाली गल ये है कि ये सारा कुछ जिहड़ा हुंदा वापरदा है, ये वापरदा हुंदा इस करके है क्योंकि सुमैध सिंह सैनी का अंदर खाते बादलों के नाल 1990 दे विच जिहड़ा समझौता होया सी, उस समझौते दे विच बादल, वड्डे बादल ने ये देख लिया सी कि बंदा काम दा है, आपां इहनूं इस्तेमाल कर सकते हैं, साडे भी काम आऊ। उन्हें फिर दोबारा उही बदला जिहड़ा बादलों के उत्ते चढ़ाया हुआ सी कर्जा कैप्टन अमरिंदर सिंह ने, वो कर्जा लाया जो कैप्टन अमरिंदर सिंह के खिलाफ लुधियाना वाला सिटी स्कैम तो अमृतसर वाला जिहड़ा इंप्रूवमेंट ट्रस्ट का स्कैंडल सी, उन्होंने दोनों स्कैंडलों के परचे दर्ज किए गए। पर चलो कैप्टन की तकदीर चंगी सी कि उन्होंने एंटीसिपेटरी बेल हो गई, इस करके बच गया, नहीं तो बहुत कुछ होना सीगा। सो कुल मिला के आप कह सकते हैं कि जिहड़ियां परदे के पिछे जिहड़ियां साझा होंदियां, वो परदे दियां पिछे दियां साझा इत्थों तक लैके आएंगे। तो जे आप अगली गल कर लीए मुल्तानी वाले मामले के विच, जो मुल्तानी नूं चक्या गया, मरिया मराया, वो सारा एक वखरा सिलसिला है। लेकिन जो उस केस के विचों जिहड़े सुमैध सिंह सैनी के उत्ते बंब धमाका होया सी, उस केस के विचों सारे लोग बरी हो गए सी। तो बरी होने तो बाद चंडीगढ़ प्रशासन ने एक अपील दायर करती सी हाई कोर्ट। उस अपील का नतीजा ये होया सी कि जस्टिस महताब सिंह गिल ने जो देखा कि बंदे सारे बरी होए हुए है, इन्हां दे विचों कुछ बंदे डिसअपीयर होए, कित्थे गए वो बंदे, उन्हें ये देखने वास्ते कि बंदे कित्थे गए एक इंक्वायरी लाती सी। और उस इंक्वायरी का नतीजा फिर ये होया सी कि CBI की इंक्वायरी सी, परचा दर्ज हो गया सी सुमैध सिंह सैनी के खिलाफ। उस परचे नूं हाई कोर्ट के चुनौती, सुप्रीम कोर्ट चुनौती जिहड़ी सुमैध सिंह सैनी ने नहीं सी दी, सगों बादल की अगुवाई वाली पंजाब सरकार ने दी सी, जिहदे आधार ते बंद होया। सो कई चीज़ां हैगियां जिहदा करके नेड़ होया, तो इस नेड़ तो सारी गल वधी है।
ਅਸਲ ਦੇ ਵਿੱਚ ਇਹ ਕਿ 1997 ਦੀਆਂ ਚੋਣਾਂ ਤੋਂ ਪਹਿਲਾਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਜੇ ਅਕਾਲੀ ਸਰਕਾਰ ਬਣਦੀ ਹੈ ਤਾਂ ਪੰਜਾਬ ਦੇ ਵਿੱਚ ਜੋ ਗੜਬੜ ਹੋਈ ਹੈ, ਜੋ ਕਿਲਿੰਗਸ ਹੋਈਆਂ, ਚਾਹੇ ਬੇਗੁਨਾਹਾਂ ਦੀਆਂ, ਚਾਹੇ ਉਹ ਖਾੜਕੂਆਂ ਦੀਆਂ ਹੋਈਆਂ, ਚਾਹੇ ਆਮ ਲੋਕਾਂ ਦੀਆਂ ਹੋਈਆਂ, ਇਹਦੀ ਪੜਤਾਲ ਕਰਨ ਵਾਸਤੇ ਅਸੀਂ ਕਮਿਸ਼ਨ ਬਣਾਵਾਂਗੇ। ਲੇਕਿਨ ਉਹ ਸਰਕਾਰ ਬਣ ਗਈ, ਕਮਿਸ਼ਨ ਕਿਤੇ ਬਣਿਆ ਨਾ। ਉਹਨਾਂ ਦਿਨਾਂ ਦੇ ਵਿੱਚ CPI ਦੇ 2 ਲੀਡਰ ਜਿਹੜੇ ਹੈ ਉਹ ਵਿਧਾਨ ਸਭਾ 'ਚ ਪਹੁੰਚੇ ਹੋਏ ਸੀ। ਇੱਕ ਪਹੁੰਚੀ ਹੋਈ ਸੀ ਬਿਮਲਾ ਡਾਂਜ ਤੇ ਦੂਸਰੇ ਪਹੁੰਚੇ ਹੋਏ ਸੀਗੇ ਹਰਦੇਵ ਅਰਸ਼ੀ। ਹਰਦੇਵ ਅਰਸ਼ੀ ਬੁਢਲਾਡਾ ਤੋਂ MLA ਹੁੰਦੇ ਸੀ। ਹਰਦੇਵ ਅਰਸ਼ੀ ਨੇ ਇੱਕ ਸਵਾਲ ਕੀਤਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਕਿ ਬਾਦਲ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਜਿਹੜੀਆਂ ਕਿਲਿੰਗਸ ਹੋਈਆਂ, ਪੰਜਾਬ ਦੇ ਮਾੜਾ ਸਮਾਂ ਕਿਉਂ ਆਇਆ, ਇਹਦੇ ਬਾਰੇ ਜੋ ਲੋਕਾਂ ਨਾਲ ਵਾਅਦਾ ਕੀਤਾ ਸੀ ਕਿ ਅਸੀਂ ਕਮਿਸ਼ਨ ਬਣਾਵਾਂਗੇ ਤੇ ਉਸ ਕਮਿਸ਼ਨ ਦਾ ਕੀ ਬਣਿਆ, ਕਮਿਸ਼ਨ ਬਣਾਇਆ ਕਿਉਂ ਨਹੀਂ? ਬਾਦਲ ਸਾਹਿਬ ਦਾ ਉੱਤਰ ਸੀ, ਕਾਕਾ ਜੀ ਪੁਰਾਣੇ ਜ਼ਖਮ ਮਸਾਂ ਅੱਠ ਰਹੇ ਹੈ, ਇਹਨਾਂ ਨੂੰ ਉਚੇੜਿਓ ਨਾ। ਹੁਣ ਜੀ ਪੁਰਾਣੀਆਂ ਗੱਲਾਂ ਤੇ ਮਿੱਟੀ ਪਾ ਦਿਓ, ਛੱਡੋ ਜੋ ਹੋਇਆ ਸੋ ਹੋਇਆ। ਇਹ ਤੋਂ ਬਾਅਦ ਨਹੀਂ, ਬਸ ਆਪਾਂ ਕੋਈ ਤੁਸੀਂ ਰਹਿਣ ਦਿਓ ਜੀ, ਹੁਣ ਆਪਾਂ ਨਵੀਂ ਜ਼ਿੰਦਗੀ ਸ਼ੁਰੂ ਕਰਨੀ। ਜਿਹੜਾ ਪ੍ਰੋਮਿਸ ਲੋਕਾਂ ਨਾਲ ਕੀਤਾ ਸੀ, ਜਿਸ ਪ੍ਰੋਮਿਸ ਦੇ ਤਹਿਤ ਲੋਕਾਂ ਤੋਂ ਵੋਟਾਂ ਲਈਆਂ ਸੀ, ਪੰਜਾਬ ਦੀ ਵਿਧਾਨ ਸਭਾ ਦਾ ਰਿਕਾਰਡ ਬੋਲਦਾ, ਉਹਦੇ ਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਹਿਤਾ ਕਿ ਨਹੀਂ ਜੀ, ਆਪਾਂ ਹੁਣ ਪੁਰਾਣੀਆਂ ਗੱਲਾਂ ਕਰ ਰਹੀਆਂ ਨਹੀਂ। ਇਹ ਤੋਂ ਇਹ ਪਤਾ ਲੱਗਦਾ ਕਿ ਪੋਲੀਟੀਕਲ ਲੀਡਰਸ਼ਿਪ ਹੈ ਜਿਹੜੀ, ਉਹਦੀ ਕਹਿਣੀ ਕੀ ਹੁੰਦੀ ਹੈ ਤੇ ਕਰਨੀ ਕੀ ਹੁੰਦੀ ਹੈ। ਕਹਿਣੀ ਤੇ ਕਰਨੀ ਦੇ ਵਿੱਚ ਇਹ ਬਸ ਇੰਨਾ ਕੀ ਹੈ। ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਹਰਦੇਵ ਸਿੰਘ ਅਰਸ਼ੀ MLA ਬੁਢਲਾਡਾ CPI ਦੇ ਸੀ, ਉਹਨਾਂ ਦੇ ਸਵਾਲ ਦੇ ਜਵਾਬ 'ਚ ਇਹ ਗੱਲ ਕਹੀ ਸੀ। ਅਸਲ ਦੇ ਵਿੱਚ ਇਹ ਹੈ ਕਿ ਜਿਹੜਾ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਲੋਕਾਂ ਨਾਲ ਪ੍ਰੋਮਿਸ ਕੀਤਾ ਸੀ ਕਿ ਅਸੀਂ ਕਮਿਸ਼ਨ ਬਣਾਵਾਂਗੇ, ਜਦੋਂ ਕਮਿਸ਼ਨ ਨਾ ਬਣਿਆ ਤਾਂ ਪੰਜਾਬ ਦੇ ਇੱਕ ਸਪੂਤ ਜਸਟਿਸ ਕੁਲਦੀਪ ਸਿੰਘ ਜਿਹੜੇ ਸੁਪਰੀਮ ਕੋਰਟ ਤੋਂ ਰਿਟਾਇਰ ਹੋਏ ਸੀ ਤੇ ਪਬਲਿਕ ਇੰਟਰਸਟ ਲਿਟੀਗੇਸ਼ਨ, ਇਹ ਪਟੀਸ਼ਨਾਂ ਖਾਸ ਕਰਕੇ ਵਾਤਾਵਰਣ ਨਾਲ ਸੰਬੰਧਿਤ ਪਟੀਸ਼ਨਾਂ ਨੂੰ PIL ਦੇ ਤੌਰ ਤੇ ਪਬਲਿਕ ਜਿਹੜੀ ਹੈਗੀ ਇੰਟਰਸਟ ਲਿਟੀਗੇਸ਼ਨ ਦੇ ਤੌਰ ਤੇ ਜੋ ਉਹਨਾਂ ਨੇ ਉਸ ਵੇਲੇ ਲੈਣਾ ਸ਼ੁਰੂ ਕੀਤਾ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ। ਜਦੋਂ ਰਿਟਾਇਰ ਹੋ ਚੁੱਕੇ ਸੀ, ਉਹਨਾਂ ਨੇ ਦੇਖਿਆ ਤੇ ਕੁਝ ਸੰਸਥਾਵਾਂ ਨੇ ਹੋਰ ਦੇਖਿਆ ਮਨੁੱਖੀ ਅਧਿਕਾਰਾਂ ਵਾਸਤੇ ਜਿਹੜੀਆਂ ਕੰਮ ਕਰਦੀਆਂ ਸੀ ਜਾਂ ਕੁਝ ਸਿੱਖ ਸੰਸਥਾਵਾਂ, ਕਿ ਸਰਦਾਰ ਬਾਦਲ ਨੇ ਜੋ ਪ੍ਰੋਮਿਸ ਕੀਤਾ ਸੀ ਇਹਦੇ ਤੇ ਪੂਰੇ ਨਾ ਉਤਰੇ। ਫਿਰ ਇੱਕ ਕਮਿਸ਼ਨ ਬਣਾਇਆ ਗਿਆ ਸੀ, ਪੀਪਲਜ਼ ਕਮਿਸ਼ਨ। ਉਸ ਪੀਪਲਜ਼ ਕਮਿਸ਼ਨ ਦਾ ਕਨਵੀਨਰ ਬਣਾਇਆ ਗਿਆ ਸੀ ਮਿਸਟਰ ਰਾਮ ਕੁਮਾਰ ਨੂੰ। ਰਾਮ ਕੁਮਾਰ ਜਿਹੜੇ ਹੈਗੇ ਹੈ ਉਹ ਮਨੁੱਖੀ ਅਧਿਕਾਰਾਂ ਨੂੰ ਸਮਰਪਿਤ ਇੱਕ ਬੜੇ ਜ਼ਬਰਦਸਤ, ਮੈਂ ਕਹੂੰਗਾ, ਯੋਧੇ ਸੀ। ਇਸ ਦੁਨੀਆ 'ਚ ਹੁਣ ਉਹ ਨਹੀਂ ਰਹੇ ਸੀ। ਉਹ ਦੱਖਣੀ ਭਾਰਤੀ, ਲੇਕਿਨ ਪੰਜਾਬ ਦੇ ਵਿੱਚ ਉਹ ਲੰਬੇ ਸਮੇਂ ਤੋਂ ਕੰਮ ਕਰਦੇ ਸੀ, ਇਸ ਕਰਕੇ ਉਹਨਾਂ ਦਾ ਇੰਟਰਸਟ ਇੱਧਰ ਬਣ ਗਿਆ। ਉਹਨਾਂ ਨੇ ਪੜਤਾਲਾਂ ਕਾਫੀ ਸਾਰੀਆਂ ਕੀਤੀਆਂ, 90 ਦੇ ਕਰੀਬ ਕੇਸ ਹੈ ਜਿਹੜੇ ਉਹਨਾਂ ਨੇ ਇਨਵੈਸਟੀਗੇਟ ਕਰ ਲਏ ਸੀ। ਲੇਕਿਨ ਦੱਸਦੇ ਆ ਕਿ 2000 ਕੇਸ ਉਹਨਾਂ ਨੇ ਇਨਵੈਸਟੀਗੇਟ ਕਰਨੇ ਸੀ, ਸਿਰਫ 90 ਕੀਤੇ ਸੀ। 90 ਕੇਸਾਂ ਦੇ ਵਿੱਚੋਂ ਇੱਕ ਕੇਸ ਇਹ ਹੈ ਜਥੇਦਾਰ ਗੁਰਦੇਵ ਸਿੰਘ ਕੌਂਕੇ ਦਾ। ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ ਇੱਕ ਵਾਰੀ ਖਾੜਕੂ ਸਰਾਣੇ ਸ਼੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਨਾਮਜ਼ਦ ਕਰਤਾ ਸੀ ਔਰ ਪੁਲਿਸ ਨੇ ਜਥੇਦਾਰ ਕੌਂਕੇ ਨੂੰ ਚੁੱਕ ਲਿਆ ਸੀ। ਕਿਹਾ ਜਾਂਦਾ ਕਿ ਪੁਲਿਸ ਨੇ ਉਹਨਾਂ ਨੂੰ ਕੋਹ ਕੇ ਕਤਲ ਕਰਤਾ ਸੀ। ਉਸ ਮਾਮਲੇ ਦੀ ਇਨਕੁਆਇਰੀ ਵੀ ਉਹਨਾਂ ਨੇ ਕੀਤੀ ਸੀ ਔਰ ਉਸੇ ਸਬੰਧ ਦੇ ਵਿੱਚ ਰਾਮ ਕੁਮਾਰ ਦੀ ਅਗਵਾਈ ਦੇ ਵਿੱਚ ਪੰਜਾਬ ਦੀਆਂ ਮਨੁੱਖੀ ਅਧਿਕਾਰ ਸੰਸਥਾਵਾਂ ਤੇ ਸਿੱਖ ਆਰਗੇਨਾਈਜੇਸ਼ਨ ਦਾ ਇੱਕ ਵਫਦ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੂੰ ਮਿਲਦਾ ਹੈ। ਉਹਦੇ ਵਿੱਚ ਬਹੁਤ ਸਾਰੇ ਲੋਕ ਸੀ, ਜਸਟਿਸ ਕੁਲਦੀਪ ਸਿੰਘ ਹੋਣੀ ਵੀ ਸੀ। ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੂੰ ਜਾ ਕੇ ਉਹਨਾਂ ਨੇ ਕਿਹਾ, ਜੀ ਬਾਕੀ ਗੱਲਾਂ ਛੱਡੋ, ਤੁਸੀਂ ਇਦਾਂ ਕਰੋ ਕਿ ਜਥੇਦਾਰ ਗੁਰਦੇਵ ਸਿੰਘ ਕੌਂਕੇ ਦੇ ਕਤਲ ਕੇਸ ਦੀ ਪੜਤਾਲ ਤਾਂ ਕਰਵਾ ਲਓ, ਉਹਨਾਂ ਦੇ ਝੂਠੇ ਮੁਕਾਬਲੇ ਦੀ ਪੜਤਾਲ ਕਰਵਾ ਲਓ। ਬਾਦਲ ਸਾਹਿਬ ਕਹਿੰਦੇ, ਜੀ ਗੱਲ ਇਹ ਹੈ ਵੀ ਜੇ ਮੈਂ ਪੜਤਾਲ ਆਰਡਰ ਕੀਤੀ ਨਾ, ਤੁਹਾਨੂੰ ਤਸੱਲੀ ਨਹੀਂ ਹੋਣੀ, ਘੱਟੋ ਘੱਟ ਤੁਸੀਂ ਆਪ ਹੀ ਕਿਸੇ ਬੰਦੇ ਦਾ ਨਾਮ ਸੁਜੈਸਟ ਕਰ ਦਿਓ। ਤਾਂ ਉਹ ਵਿੱਚੋਂ ਆਇਆ ਵੀ ਕਿਹਦਾ ਨਾਮ ਸੁਜੈਸਟ ਕਰੀਏ। ਫਿਰ ਇਹ ਆ ਗਿਆ ਕਿ ਜੇ ਆਪਾਂ ਕਿਸੇ ਸਿੱਖ ਆਫੀਸਰ ਦਾ ਨਾਮ ਸੁਜੈਸਟ ਕਰਤਾ ਤੇ ਕੱਲ ਨੂੰ ਕਿਤੇ ਗੱਲ ਇਹ ਨਾ ਆ ਜੇ ਕਿ ਸਿੱਖ ਕੰਮ ਕਰਦੇ। ਉਹਨਾਂ ਦਿਨਾਂ ਦੇ ਵਿੱਚ ਡਾਕਟਰ ਵਨੀਤਾ ਗੁਪਤਾ ਬਠਿੰਡੇ ਤੋਂ ਇਨਸਾਫ ਇੰਟਰਨੈਸ਼ਨਲ ਦੀ ਇੱਕ ਲੜਕੀ ਜਿਹੜੀ ਹੈ ਫਾਊਂਡਰ ਹੁੰਦੀ ਸੀ। ਡਾਕਟਰ ਵਨੀਤਾ ਗੁਪਤਾ ਦੇ ਬੜੇ ਨੇੜਲੇ ਰਿਲੇਸ਼ਨ ਸੀ ਇਹਨਾਂ ਸਾਰੀਆਂ ਸੰਸਥਾਵਾਂ ਦੇ ਨਾਲ, ਕਿਉਂਕਿ ਆਪ ਮਨੁੱਖੀ ਅਧਿਕਾਰਾਂ ਵਾਸਤੇ ਕੰਮ ਕਰਦੀ ਸੀ। ਉਹਨੇ ਬਹੁਤ ਦਿਨ ਜਸਟਿਸ ਕੁਲਦੀਪ ਸਿੰਘ ਹੋਣਾ ਦੇ ਕੰਨ ਦੇ ਵਿੱਚ ਫੂਕ ਮਾਰਤੀ ਕਿ ਸਰ, ਮਿਸਟਰ BP ਤਿਵਾੜੀ ਪੰਜਾਬ ਪੁਲਿਸ ਦੇ IPS ਅਫਸਰ ਹੈ, ਬੜੇ ਇਮਾਨਦਾਰ ਹੈ, BP ਤਿਵਾੜੀ ਦੀ ਦਾ ਨਾਂ ਤੁਸੀਂ ਦੇ ਦਿਓ, ਉਹਦੀ ਇਨਕੁਆਇਰੀ ਦੀ ਮੰਗ ਕਰ ਲਓ। ਜਸਟਿਸ ਕੁਲਦੀਪ ਸਿੰਘ ਹੋਰਾਂ ਨੇ BP ਤਿਵਾੜੀ ਦਾ ਨਾਂ ਦਿੱਤਾ। BP ਤਿਵਾੜੀ ਦੀ ਅਗਵਾਈ ਦੇ ਵਿੱਚ ਜਿਹੜਾ ਉਹ ਕਮੇਟੀ ਬਣੀ ਸੀ, ਉਹਨਾਂ ਨੇ ਹੋਰ ਪੁਲਿਸ ਵਾਲਿਆਂ ਦੀ ਵੀ ਮਦਦ ਲਈ
उन्होंने पड़ताल की थी, उन्होंने अपनी पड़तालिया रिपोर्ट पेश कर दी। लेकिन 5 साल सरदार प्रकाश सिंह बादल की सरकार हो रही है, 5 साल फिर कैप्टन साहब की सरकार रही है, 10 साल फिर बादल साहब की सरकार बनी रही है, हुण फिर कैप्टन साहब है। इस सारे समय के दौरान जस्टिस जिहड़ा जथेदार गुरदेव सिंह कौंके के कतल नाल संबंधित या उन्हां दी डिसअपीयरिंग दे नाल संबंधित जिहड़ा बीपी तिवाड़ी दी इनकुआरी रिपोर्ट सी, वो रिपोर्ट नूं अज तक हवा नहीं लगी। फिर इन्हां संस्थावां ने कहा कि आपां अपने पद्धर दे उत्ते इहदी पड़ताल करवाईए, तो उन्होंने एक पीपल कमीशन बनाता सी। इस पीपल कमीशन की रिपोर्ट सामने आवे ये तो पहला इस पीपल कमीशन के उत्ते एक रिट पटीशन दायर करवा के पंजाब ते हरियाणा हाई कोर्ट किसी अपने बंदे तो ये जिहड़ी हैगी पीपल कमीशन नूं बैन करवाता सी। इस ढंग दे नाल मतलब जिहड़ा है वो साबोताज कीता सी तां कि काले दौर दा जो होया वापरिया उहदी सच्चाई लोकां दे सामने ना आ सके। देखो गल एक है कि 1997 तो लैके 5 साल तक सरकार हो रही है 2002 तक, और 1997 तो पहला जो पीपल कमीशन बनाने की गल भी आई तो यह गल भी आ गई कि जिन्होंने पुलिस अफसरां ने माड़े काम किए असीं उन्होंने सजावां देवांगे। फिर की हुंदा है, फिर जलंधर दे PAP जिहड़ी हैगी है उत्थे एक मीटिंग हुंदी है, उस मीटिंग दे विच कुछ अफसर भी इकट्ठे हुंदे, उस मीटिंग दे विच एक पंजाबी अखबार का एडिटर भी हुंदा ते पुलिस वाले ने उत्थे गल उठाई कि जे तुसीं पुराने समय दीयां गल्लां नूं छेड़न लागे तो फिर तो बड़ा काम कल्ला हो जू। कल तुसीं सरकार चलाउणी है तो पुलिस तो बगैर काम किवें चलाओगे? पुलिस ने काम नहीं करना, स्टेट नूं पैरालाइज हो जाना। ये गल तो तुहाडे वास्ते बड़ी माड़ी है ते उत्थे बादल साहब ने उन्होंने कमिटमेंट दी सी। सो नतीजा ਉਹਦਾ ਇਹ ਹੋਇਆ कि ना तो पीपल ਜਿਹੜਾ ਉਹਨਾਂ ਨੇ कमीशन बनाना सी ਉਹ ਬਣਿਆ, जिन्हां अफसरां ਦੇ खिलाफ कार्रवाई होनी सी ਉਹ ना हुई। जे मनुखी अधिकार कमीशन कोई सवाल पुछदा सी उस सवाल का जवाब नहीं सी दिता जाता, और ये उल्ट ये होया कि जिन्हां पुलिस वालियां नूं CBI के केसां दे विच या हाई कोर्ट सुप्रीम कोर्ट के हुक्मां दे उत्ते कोई तफ्तीशां होईयां सी, उन्हां केसां दे विच सजावां होईयां सी, उन्हां सजावां वाले पुलिस अफसरां दे केसां दी पैरवी करन वास्ते एक लिटिगेशन सैल बनाया गया सी पंजाब वालों, और वो लिटिगेशन सैल है जिहड़ा वो उन्हां दी सरकार दे दौरान ही बनिया सी ते वो लिटिगेशन सैल उन्हां अफसरां नूं बचाउण वास्ते काम करदा सी, ना कि सजावां दिवाउण वास्ते। सो कुल मिला के आपां देख सकते हैं कि जिहड़ा लोकां नाल वादा ये कीता सी कि असीं माड़े दौर दे विच जो ज्यादतियां होईयां उहदी पड़ताल करावांगे। पड़ताल तो की करवानी सी, सगों ज्यादतियां करन वालियां नूं बचाउण वास्ते, उन्हां नूं बचाउण वास्ते जिहड़ा हैगा बकायदा एक सैल बनाया गया तो वो सैल उन्हां दी पैरवी करदा सी। उहदे वास्ते बड़े सीनियर वकील है जिहड़े वो अंगेज कीते गए, इत्थों तक कि मिस्टर हरदेव सिंह मत्तेवाल जिन्होंने बाद दे विच पंजाब दा एडवोकेट जनरल लाता सी, वो भी दागी पुलिस वालियां नूं जां जिन्हां पुलिस वालियां दे खिलाफ इल्जाम लगे सी उन्हां नूं बचाउण वास्ते उन्हां दी पैरवी करदा हुंदा सी। इहदे डॉक्यूमेंटरी सबूत पए मेरे कोल जी। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।